ਮੇਰੇ ਸੱਸ ਸਹੁਰਾ ਹਰ ਵੇਲੇ ਲੜਦੇ ਰਹਿੰਦੇ ਸਨ। ਉਹ ਬੱਚਿਆਂ ਦੀ ਤਰ੍ਹਾਂ ਛੋਟੀ ਛੋਟੀ ਗੱਲਾਂ 'ਤੇ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਸਨ। ਮੇਰਾ ਸਹੁਰਾ ਮੇਰੀ ਸੱਸ ਨੂੰ ਕਹਿੰਦਾ ਕਿ ਹੁਣ ਤੂੰ ਮੇਰੇ ਕਿਸੇ ਕੰਮ ਦੀ ਨਹੀਂ ਰਹੀ, ਤਾਂ ਮੇਰੀ ਸੱਸ ਉਹਨਾਂ ਨੂੰ ਕਹਿੰਦੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਕੇ ਪਛਤਾ ਰਹੀ ਹਾਂ। ਮੈਂ ਉਸ ਵੇਲੇ ਨੂੰ ਕੋਸਦੀ ਹਾਂ ਜਿਸ ਦਿਨ ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਹਾਂ ਕੀਤੀ ਸੀ। ਹਰ ਦਿਨ ਇਸੇ ਤਰ੍ਹਾਂ ਲੜਾਈ ਨਾਲ ਸ਼ੁਰੂ ਹੁੰਦਾ ਅਤੇ ਮੇਰੇ ਸੱਸ ਸਹੁਰੇ ਦੀ ਲੜਾਈ 'ਤੇ ਹੀ ਖਤਮ ਹੁੰਦਾ। ਦਿਨ ਇਸੇ ਤਰ੍ਹਾਂ ਲੰਘ ਰਹੇ ਸਨ। ਫਿਰ ਇੱਕ ਦਿਨ ਮੇਰੀ ਸੱਸ ਨੇ ਆਪਣੇ ਕੰਮ ਲਈ ਇੱਕ ਨੌਕਰਾਣੀ ਰੱਖ ਲਈ। ਉਹ ਹਰ ਵੇਲੇ ਮੇਰੇ ਸੱਸ ਸਹੁਰੇ ਨਾਲ ਉਹਨਾਂ ਦੇ ਕਮਰੇ ਵਿੱਚ ਹੀ ਰਹਿੰਦੀ ਸੀ, ਪਰ ਜਦੋਂ ਤੋਂ ਉਹ ਆਈ ਸੀ ਬਹੁਤ ਕਮਜ਼ੋਰ ਹੋ ਰਹੀ ਸੀ ਅਤੇ ਮੇਰੇ ਸੱਸ ਸਹੁਰਾ ਦੋਨੋਂ ਹੀ ਬਹੁਤ ਖੁਸ਼ ਰਹਿਣ ਲੱਗੇ ਸਨ। ਹੁਣ ਉਹ ਲੜਾਈ ਝਗੜਾ ਵੀ ਨਹੀਂ ਕਰਦੇ ਸਨ। ਇੱਕ ਦਿਨ ਮੈਂ ਨੌਕਰਾਣੀ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਮੇਰਾ ਹਿਸਾਬ ਤਾਂ ਰੱਬ ਕਰੇਗਾ। ਉਸ ਦੀ ਗੱਲ ਸੁਣ ਕੇ ਮੈਂ ਡਰ ਗਈ। ਇੱਕ ਦਿਨ ਉਹ ਨੌਕਰਾਣੀ ਮੇਰੀ ਸੱਸ ਲਈ ਚਾਹ ਬਣਾਉਂਦੇ ਹੋਏ ਬੇਹੋਸ਼ ਹੋ ਗਈ। ਮੈਂ ਫਟਾਫਟ ਉਸ ਨੂੰ ਹਸਪਤਾਲ ਲੈ ਗਈ, ਪਰ ਜਿਵੇਂ ਹੀ ਡਾਕਟਰ ਕਮਰੇ ਤੋਂ ਬਾਹਰ ਆਇਆ ਤਾਂ ਉਸਨੇ ਪੁਲਿਸ ਨੂੰ ਬੁਲਾ ਲਿਆ। ਮੈਂ ਇੱਕਦਮ ਡਰ ਗਈ। ਜਦੋਂ ਡਾਕਟਰ ਨੇ ਮੈਨੂੰ ਉਸਦੀ ਰਿਪੋਰਟ ਦਿਖਾਈ, ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ 3 ਮਹੀਨੇ ਦੀ। ਮੇਰਾ ਨਾਂ ਜਸਮੀਤ ਹੈ। ਮੈਂ ਪਟਿਆਲਾ ਦੀ ਰਹਿਣ ਵਾਲੀ ਹਾਂ। ਅਸੀਂ 3 ਭੈਣ ਭਾਈ ਸੀ। ਮੇਰੇ ਪਾਪਾ ਨੇ ਮੁਹੱਲੇ ਵਿੱਚ ਹੀ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ। ਮੇਰੀ ਮੰਮੀ ਸਕੂਲ ਵਿੱਚ ਨੌਕਰੀ ਕਰਦੀ ਸੀ। ਅਸੀਂ ਬਹੁਤ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਸੀ। ਮੇਰੀ ਮੰਮੀ ਚਾਹੁੰਦੀ ਸੀ ਕਿ ਉਹ ਜਲਦੀ ਤੋਂ ਜਲਦੀ ਘਰ ਵਿੱਚ ਬਹੂ ਲੈ ਆਏ, ਪਰ ਪਾਪਾ ਕਹਿੰਦੇ ਸਨ ਕਿ ਪਹਿਲਾਂ ਕੁੜੀ ਨੂੰ ਵਿਆਹੁਣ ਦਾ ਫਰਜ਼ ਨਿਭਾ ਲਈਏ, ਬਾਅਦ ਵਿੱਚ ਮੁੰਡਿਆਂ ਦਾ ਵਿਆਹ ਕਰਾਂਗੇ। ਜੇਕਰ ਕੁੜੀਆਂ ਦੀ ਉਮਰ ਜ਼ਿਆਦਾ ਹੋ ਜਾਵੇ ਤਾਂ ਚੰਗੇ ਰਿਸ਼ਤੇ ਨਹੀਂ ਮਿਲਦੇ। ਮੈਂ ਆਪਣੇ ਦੋਨਾਂ ਭਾਈਆਂ ਤੋਂ ਛੋਟੀ ਸੀ। ਮੈਂ ਹਲੇ ਪੜ੍ਹਾਈ ਕਰ ਰਹੀ ਸੀ ਅਤੇ ਅੱਗੇ ਵੀ ਪੜ੍ਹਨਾ ਚਾਹੁੰਦੀ ਸੀ, ਪਰ ਸਾਡੇ ਘਰ ਵਿੱਚ ਮੇਰੇ ਦਾਦੀ ਤੋਂ ਲੈ ਕੇ ਪਾਪਾ ਤੱਕ ਸਭ ਨੂੰ ਮੇਰੇ ਵਿਆਹ ਦੀ ਫਿਕਰ ਸਤਾਉਣ ਲੱਗੀ ਸੀ। ਅਜਿਹਾ ਨਹੀਂ ਸੀ ਕਿ ਮੈਂ ਆਪਣੇ ਘਰ ਵਾਲਿਆਂ 'ਤੇ ਬੋਝ ਸੀ। ਉਹ ਸਭ ਮੈਨੂੰ ਪਿਆਰ ਕਰਦੇ ਸਨ। ਮੈਨੂੰ ਆਪਣੀ ਕਿਸਮਤ 'ਤੇ ਪੂਰਾ ਯਕੀਨ ਸੀ, ਪਰ ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਅਸੀਂ ਮਿਡਲ ਕਲਾਸ ਲੋਕ ਸੀ, ਪਰ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਸੀ। ਜਿਵੇਂ ਹੀ ਮੇਰੇ ਪੇਪਰ ਖਤਮ ਹੋਏ ਤਾਂ ਮੇਰੀ ਦਾਦੀ ਨੇ ਮੇਰੇ ਹੱਥ ਵਿੱਚ ਝਾੜੂ ਫੜਾ ਦਿੱਤਾ ਅਤੇ ਕਹਿਣ ਲੱਗੀ, ਅੱਜ ਤੋਂ ਹੀ ਸ਼ੁਰੂ ਹੋ ਜਾ, ਘਰ ਦਾ ਕੰਮ-ਕਾਜ ਸਿੱਖ ਲੈ। ਸਹੁਰੇ ਘਰ ਜਾ ਕੇ ਇਹ ਸਭ ਕੰਮ ਕਰਨਾ ਹੈ। ਮੰਮੀ ਤਾਂ ਸਕੂਲ ਜਾਂਦੀ ਸੀ ਅਤੇ ਦਾਦੀ ਮੇਰੇ ਤੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ। ਖਾਣਾ ਬਣਾਉਣਾ ਵੀ ਮੈਨੂੰ ਉਹਨਾਂ ਨੇ ਹੀ ਸਿਖਾਇਆ ਹੈ। ਮੇਰਾ ਅਤੇ ਦਾਦੀ ਦਾ ਕਿੱਸਾ ਵੀ ਚੋਰ ਸਿਪਾਹੀ ਵਾਲਾ ਬਣ ਗਿਆ ਸੀ। ਰਾਤ ਨੂੰ ਦਾਦੀ ਮੇਰੀ ਕੰਮ ਚੋਰੀ ਦੇ ਕਿੱਸੇ ਸੁਣਾਉਂਦੀ ਅਤੇ ਸਭ ਮੇਰੇ ਉੱਪਰ ਹੱਸਦੇ। ਇਹ ਦੇਖ ਕੇ ਮੈਨੂੰ ਬਹੁਤ ਸ਼ਰਮਿੰਦਗੀ ਹੁੰਦੀ। ਹੁਣ ਮੇਰੇ ਲਈ ਬਹੁਤ ਰਿਸ਼ਤੇ ਆਉਣ ਲੱਗੇ ਸਨ ਅਤੇ ਪਾਪਾ ਉਹਨਾਂ ਰਿਸ਼ਤਿਆਂ ਬਾਰੇ ਪੁੱਛ ਪੜਤਾਲ ਵੀ ਕਰਨ ਲੱਗੇ ਸਨ। ਜਦੋਂ ਮੰਮੀ ਨੇ ਕਿਹਾ ਕਿ ਉਹਨਾਂ ਦੀ ਇੱਕ ਸਹੇਲੀ ਹੈ ਜੋ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਲਈ ਸਾਡੀ ਬੇਟੀ ਨੂੰ ਦੇਖਣ ਆਉਣਾ ਚਾਹੁੰਦੀ ਹੈ, ਤਾਂ ਪਾਪਾ ਨੇ ਕਿਹਾ ਠੀਕ ਹੈ। ਜਦੋਂ ਉਹ ਮੈਨੂੰ ਦੇਖਣ ਸਾਡੇ ਘਰ ਆਏ ਤਾਂ ਦਾਦੀ ਨੂੰ ਉਹ ਮੁੰਡਾ ਬਹੁਤ ਪਸੰਦ ਆਇਆ ਅਤੇ ਮੇਰੀ ਝੱਟ ਮੰਗਣੀ ਭੱਟ ਵਿਆਹ ਕਰ ਦਿੱਤਾ। ਆਪਣੇ ਮਾਂ-ਬਾਪ ਤੋਂ ਅਲੱਗ ਹੋਣਾ ਇੰਨਾ ਆਸਾਨ ਨਹੀਂ ਹੁੰਦਾ। ਇੱਕ ਔਰਤ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਇਮਤਿਹਾਨ ਆਉਂਦੇ ਹਨ। ਮੇਰੀ ਦਾਦੀ ਨੇ ਮੈਨੂੰ ਬਹੁਤ ਸਮਝਾਇਆ ਸੀ ਕਿ ਇੱਕ ਸਮਝਦਾਰ ਔਰਤ ਹੀ ਘਰ ਨੂੰ ਸਵਰਗ ਬਣਾ ਸਕਦੀ ਹੈ। ਔਰਤ ਵਿੱਚ ਸਹਿਨਸ਼ੀਲਤਾ ਅਤੇ ਸਲੀਕਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਘਰ ਚਲਾ ਸਕਦੀ ਹੈ, ਅਤੇ ਸਭ ਤੋਂ ਜ਼ਰੂਰੀ ਗੱਲ, ਉਸ ਨੂੰ ਦਿਲ ਜਿੱਤਣਾ ਆਉਣਾ ਚਾਹੀਦਾ ਹੈ। ਮੇਰੇ ਪਤੀ ਬਹੁਤ ਸੁਲਝੇ ਹੋਏ ਅਤੇ ਸਮਝਦਾਰ ਆਦਮੀ ਸਨ। ਉਹਨਾਂ ਨੂੰ ਸ਼ਾਇਰੀ ਅਤੇ ਸੰਗੀਤ ਦਾ ਬਹੁਤ ਸ਼ੌਂਕ ਸੀ। ਮੈਂ ਬਹੁਤ ਵਾਰ ਉਹਨਾਂ ਨੂੰ ਉਹਨਾਂ ਦੀ ਪਸੰਦ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਮੇਰੀ ਪਤਨੀ ਮੈਨੂੰ ਸਮਝਣ ਵਾਲੀ ਅਤੇ ਮੇਰੇ ਵਰਗੇ ਸ਼ੌਂਕ ਰੱਖਣ ਵਾਲੀ ਹੋਵੇ, ਪਰ ਮੈਂ ਤਾਂ ਬਿਲਕੁਲ ਵੀ ਅਜਿਹੀ ਨਹੀਂ ਸੀ। ਮੈਨੂੰ ਤਾਂ ਸ਼ਾਇਰੀ ਅਤੇ ਸੰਗੀਤ ਬਿਲਕੁਲ ਵੀ ਪਸੰਦ ਨਹੀਂ ਸੀ। ਮੇਰਾ ਹਲੇ ਨਵਾਂ-ਨਵਾਂ ਵਿਆਹ ਹੋਇਆ ਸੀ। ਮੈਨੂੰ ਐਡਜਸਟ ਹੋਣ ਵਿੱਚ ਟਾਈਮ ਲੱਗ ਰਿਹਾ ਸੀ। ਮੇਰੇ ਸਸੁਰਾਲ ਵਾਲੇ ਵੀ ਬਹੁਤ ਚੰਗੇ ਸਨ। ਮੇਰੀ ਸੱਸ ਵੀ ਆਪਣੇ ਕੰਮ ਤੋਂ ਕੰਮ ਰੱਖਦੀ ਅਤੇ ਕਦੇ ਮੈਨੂੰ ਕਿਸੇ ਕੰਮ ਲਈ ਰੋਕ-ਟੋਕ ਨਹੀਂ ਕਰਦੀ ਸੀ। ਬਸ ਉਹਨਾਂ ਦਾ ਮੇਰੇ ਸਹੁਰੇ ਨਾਲ ਝਗੜਾ ਹੁੰਦਾ ਰਹਿੰਦਾ ਸੀ। ਉਹ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ ਰਹਿੰਦੇ ਸਨ, ਪਰ ਮੈਨੂੰ ਕੁਝ ਨਹੀਂ ਕਹਿੰਦੇ ਸਨ। ਮੇਰਾ ਜਦੋਂ ਦਿਲ ਕਰਦਾ ਸੀ ਸੋ ਜਾਂਦੀ ਅਤੇ ਜਦੋਂ ਦਿਲ ਕਰਦਾ ਉੱਠ ਜਾਂਦੀ। ਜਦੋਂ ਮੈਂ ਘਰ ਵਿੱਚ ਬੋਰ ਹੁੰਦੀ ਤਾਂ ਆਪਣੀ ਸੱਸ ਕੋਲ ਜਾ ਕੇ ਬੈਠ ਜਾਂਦੀ। ਉਹ ਮੇਰੇ ਨਾਲ ਬਹੁਤ ਗੱਲਾਂ ਕਰਦੀ।
ਪਰ ਮੈਂ ਦੇਖ ਰਹੀ ਸੀ ਕਿ ਮੇਰੇ ਪਤੀ ਮੇਰੇ ਤੋਂ ਖੁਸ਼ ਨਹੀਂ ਰਹਿੰਦੇ ਸਨ। ਉਹ ਹਰ ਵੇਲੇ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਸਨ ਜਾਂ ਸੰਗੀਤ ਸੁਣਦੇ ਰਹਿੰਦੇ ਸਨ। ਜਦੋਂ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਬਸ ਹਾਂ ਹੂੰ ਵਿੱਚ ਜਵਾਬ ਦਿੰਦੇ। ਮੈਂ ਬਹੁਤ ਬੋਲਦੀ ਸੀ। ਮੇਰੇ ਘਰ ਵਾਲੇ ਵੀ ਮੇਰੀ ਆਦਤ ਤੋਂ ਪਰੇਸ਼ਾਨ ਸਨ। ਮੇਰੇ ਵਿਆਹ ਨੂੰ 3 ਮਹੀਨੇ ਹੋ ਚੁੱਕੇ ਸਨ। ਫਿਰ ਇੱਕ ਦਿਨ ਮੈਂ ਆਪਣੇ ਪਤੀ ਨੂੰ ਪੁੱਛਿਆ, ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਤਾਂ ਤੁਸੀਂ ਬਸ ਹਾਂ ਹੂੰ ਵਿੱਚ ਜਵਾਬ ਦਿੰਦੇ ਹੋ। ਕੀ ਤੁਹਾਨੂੰ ਮੇਰੇ ਨਾਲ ਗੱਲ ਕਰਨਾ ਚੰਗਾ ਨਹੀਂ ਲੱਗਦਾ? ਮੈਂ ਵੀ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਘੰਟਾ ਘੰਟਾ ਗੱਲਾਂ ਕਰੋ, ਮੈਨੂੰ ਕਿਤੇ ਘੁਮਾ ਕੇ ਲਿਆਓ, ਬਲਕਿ ਤੁਸੀਂ ਮੇਰੇ ਨਾਲ ਕੱਲ੍ਹ ਨੂੰ ਮਾਰਕੀਟ ਚੱਲੋ, ਮੈਨੂੰ ਸ਼ਾਪਿੰਗ ਵੀ ਕਰਨੀ ਹੈ। ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਕਿ ਪਤਨੀ ਨੂੰ ਕਿਤੇ ਘੁਮਾ ਫਿਰਾ ਲਿਆਵਾਂ ਜਾਂ ਕਿਤੇ ਖਾਣਾ ਖਿਲਾਉਣ ਲੈ ਜਾਵਾਂ। ਮੈਂ ਬੋਲਦੀ ਹੀ ਜਾ ਰਹੀ ਸੀ ਤਾਂ ਮੇਰੇ ਪਤੀ ਨੇ ਕਿਹਾ, ਚੁੱਪ ਹੋ ਜਾ, ਤੇਰੀ ਹਰ ਵੇਲੇ ਦੀ ਟੈਂ ਟੈਂ ਤੋਂ ਮੈਂ ਤੰਗ ਆ ਚੁੱਕਿਆ ਹਾਂ। ਉਹ ਗੁੱਸੇ ਵਿੱਚ ਅਤੇ ਉੱਚੀ ਆਵਾਜ਼ ਵਿੱਚ ਬੋਲ ਰਹੇ ਸਨ। ਮੈਂ ਉਹਨਾਂ ਦੀ ਸ਼ਕਲ ਦੇਖ ਕੇ ਹੈਰਾਨ ਰਹਿ ਗਈ। ਮੈਨੂੰ ਅਚਾਨਕ ਝਟਕਾ ਲੱਗਿਆ। ਮੈਂ ਆਪਣੇ ਆਪ ਨੂੰ ਨਾਰਮਲ ਕੀਤਾ ਅਤੇ ਆਪਣੇ ਪਤੀ ਨੂੰ ਕਿਹਾ, ਅੱਛਾ ਠੀਕ ਹੈ, ਸੌਰੀ, ਹੁਣ ਨਹੀਂ ਬੋਲਾਂਗੀ। ਉਹਨਾਂ ਨੇ ਕਿਹਾ, ਨਹੀਂ ਬੋਲ, ਤੂੰ ਬੋਲ ਅਤੇ ਬੋਲਦੀ ਹੀ ਰਹਿ। ਮੇਰੇ ਉੱਪਰ ਇਹ ਅਹਿਸਾਨ ਕਰਨ ਦੀ ਜ਼ਰੂਰਤ ਨਹੀਂ ਹੈ। ਤੂੰ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਹੈ। ਮੈਂ ਤੇਰੇ ਨਾਲ ਕੀ ਗੱਲ ਕਰਾਂ? ਮੈਨੂੰ ਤੇਰੀ ਤਰ੍ਹਾਂ ਬਕਵਾਸ ਕਰਨ ਦਾ ਸ਼ੌਂਕ ਨਹੀਂ ਹੈ, ਨਾ ਮੈਨੂੰ ਫਿਲਮਾਂ ਅਤੇ ਨਾਟਕਾਂ ਦੀ ਕਹਾਣੀ ਆਉਂਦੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਮੇਰੇ ਪਤੀ ਨੂੰ ਕਿਸ ਗੱਲ ਦਾ ਗੁੱਸਾ ਸੀ। ਮੇਰੇ ਮਾਤਾ ਪਿਤਾ ਨੇ ਜਲਦੀ ਮੇਰਾ ਵਿਆਹ ਕਰ ਦਿੱਤਾ ਸੀ। ਹਾਲੇ ਤਾਂ ਮੇਰੀ ਉਮਰ 20 ਸਾਲ ਸੀ। ਉਸ ਦਿਨ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਤੇ ਮੇਰੇ ਦਿਲ ਦੇ ਕਈ ਟੁਕੜੇ ਹੋ ਗਏ। ਮੈਂ ਸੋਚਣ ਲੱਗੀ ਕਿ ਮੇਰੇ ਪਤੀ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹਨ। ਮੇਰੇ ਪਤੀ ਨੂੰ ਇੱਕ ਆਈਡੀਅਲ ਕੁੜੀ ਚਾਹੀਦੀ ਸੀ। ਮੈਂ ਭੁੱਲ ਗਈ ਸੀ ਕਿ ਮੈਂ ਉਹਨਾਂ ਦੀ ਆਈਡੀਅਲ ਕੁੜੀ ਨਹੀਂ ਹਾਂ। ਮੇਰੇ ਪਤੀ ਆਪਣੇ ਦਿਲ ਦੀ ਭੜਾਸ ਕੱਢ ਕੇ ਜਾ ਚੁੱਕੇ ਸਨ, ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਮੈਂ ਉਹਨਾਂ ਨੂੰ ਪਸੰਦ ਨਹੀਂ ਸੀ ਤਾਂ ਉਹਨਾਂ ਨੇ ਮੇਰੇ ਨਾਲ ਵਿਆਹ ਕਿਉਂ ਕੀਤਾ। ਮੈਨੂੰ ਬਹੁਤ ਰੋਣਾ ਆ ਰਿਹਾ ਸੀ। ਮੈਂ ਆਪਣੀ ਸੱਸ ਨੂੰ ਪੁੱਛ ਕੇ ਆਪਣੇ ਪੇਕੇ ਘਰ ਆ ਗਈ। ਘਰ ਪਹੁੰਚੀ ਤਾਂ ਉੱਥੇ ਸਿਰਫ ਮੇਰੀ ਦਾਦੀ ਸੀ। ਮੈਂ ਉਹਨਾਂ ਦੇ ਗਲ ਲੱਗ ਕੇ ਰੋਣ ਲੱਗੀ ਅਤੇ ਉਹਨਾਂ ਨੂੰ ਸਭ ਕੁਝ ਦੱਸਣ ਲੱਗੀ। ਉਹ ਚੁੱਪਚਾਪ ਮੇਰੀ ਗੱਲ ਸੁਣਦੀ ਰਹੀ ਅਤੇ ਬੋਲੀ, ਬੇਟੀ, ਘਰ ਬਣਾਉਣਾ ਆਸਾਨ ਨਹੀਂ ਹੁੰਦਾ ਅਤੇ ਉਸ ਤੋਂ ਵੀ ਔਖਾ ਹੁੰਦਾ ਹੈ ਆਪਣੇ ਪਤੀ ਦੇ ਦਿਲ ਵਿੱਚ ਘਰ ਬਣਾਉਣਾ। ਜ਼ਰੂਰੀ ਨਹੀਂ ਕਿ ਉਹ ਕਿਸੇ ਕੁੜੀ ਨੂੰ ਪਸੰਦ ਕਰਦਾ ਹੋਵੇ। ਹੋ ਸਕਦਾ ਹੈ ਉਹ ਚਾਹੁੰਦਾ ਹੋਵੇ ਕਿ ਉਸਦੀ ਪਤਨੀ ਵੀ ਉਸਦੇ ਵਰਗੇ ਖਿਆਲਾਂ ਵਾਲੀ ਹੋਵੇ, ਉਸਨੂੰ ਸਮਝਣ ਵਾਲੀ ਹੋਵੇ, ਉਸਦੀ ਗੱਲ ਮੰਨਣ ਵਾਲੀ ਹੋਵੇ। ਤੂੰ ਉਸਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ, ਉਸਨੂੰ ਸਮਝਣ ਦੀ ਕੋਸ਼ਿਸ਼ ਕਰ। ਫਿਰ ਦੇਖ, ਉਹੀ ਪਤੀ ਜੋ ਤੇਰੇ ਨਾਲ ਗੱਲ ਨਹੀਂ ਕਰਦਾ ਤੇਰੇ ਅੱਗੇ ਪਿੱਛੇ ਘੁੰਮੇਗਾ। ਦਾਦੀ ਦੀਆਂ ਗੱਲਾਂ ਮੇਰੀ ਸਮਝ ਵਿੱਚ ਆ ਗਈਆਂ ਸਨ, ਇਸ ਲਈ ਮੈਂ ਅਗਲੇ ਦਿਨ ਆਪਣੇ ਸਹੁਰੇ ਘਰ ਵਾਪਿਸ ਆ ਗਈ ਅਤੇ ਦਾਦੀ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਪਰ ਜਦੋਂ ਵੀ ਮੈਨੂੰ ਮੇਰੇ ਪਤੀ ਦੀਆਂ ਕਹੀਆਂ ਹੋਈਆਂ ਗੱਲਾਂ ਯਾਦ ਆਉਂਦੀਆਂ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਜਦੋਂ ਮੈਂ ਆਪਣੀ ਸੱਸ ਨੂੰ ਮਿਲਣ ਲਈ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਮੇਰਾ ਪਤੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੰਮੀ, ਜਸਮੀਤ ਨੇ ਸਿਰਫ BA ਕਰੀ ਹੋਈ ਹੈ, ਉਸਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ, ਕੋਈ ਸਲੀਕਾ ਨਹੀਂ ਹੈ। ਤੁਸੀਂ ਇੱਕ ਘੱਟ ਉਮਰ ਦੀ ਬੱਚੀ ਨੂੰ ਮੇਰੇ ਪੱਲੇ ਬੰਨ੍ਹ ਦਿੱਤਾ ਹੈ। ਮੈਂ ਤੁਹਾਡਾ ਬੇਟਾ ਹਾਂ, ਤੁਹਾਨੂੰ ਮੇਰੇ ਬਾਰੇ ਵਿੱਚ ਸੋਚਣਾ ਚਾਹੀਦਾ ਸੀ, ਮੇਰੀ ਪਸੰਦ ਦੇਖਣੀ ਚਾਹੀਦੀ ਸੀ। ਮੈਨੂੰ ਲੱਗਿਆ ਸੀ ਕਿ ਤੁਸੀਂ ਮੇਰੀ ਪਸੰਦ ਦਾ ਖਿਆਲ ਰੱਖੋਗੇ, ਪਰ ਤੁਸੀਂ ਤਾਂ ਇਸ ਤੋਂ ਅੱਗੇ। ਮੇਰੇ ਪਤੀ ਨੇ ਗੱਲ ਅਧੂਰੀ ਛੱਡ ਦਿੱਤੀ। ਮੇਰੀ ਸੱਸ ਨੇ ਕਿਹਾ, ਬੇਟਾ, ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ, ਮੈਂ ਤਾਂ ਕੁਝ ਹੋਰ ਹੀ ਸੋਚ ਰਹੀ ਸੀ। ਅਸਲ ਵਿੱਚ ਬੇਟੇ, ਜਸਮੀਤ ਦੀ ਮੰਮੀ ਦਾ ਮੇਰੇ ਉੱਪਰ ਇੱਕ ਅਹਿਸਾਨ ਹੈ ਅਤੇ ਮੈਂ ਉਹ ਅਹਿਸਾਨ ਕਦੇ ਵੀ ਨਹੀਂ ਭੁੱਲ ਸਕਦੀ। ਅਤੇ ਜੇਕਰ ਜਸਮੀਤ ਘੱਟ ਪੜ੍ਹੀ ਲਿਖੀ ਹੈ ਤਾਂ ਕੀ ਹੋਇਆ, ਤੂੰ ਉਸਨੂੰ ਪੜ੍ਹਾ ਲੈ, ਉਸਨੂੰ ਸਮਾਂ ਦੇ, ਉਸਨੂੰ ਸਮਝਾ। ਉਸਦੀ ਉਮਰ ਵੀ ਘੱਟ ਹੈ, ਤੂੰ ਜਿਵੇਂ ਚਾਹੇਗਾ ਉਹ ਉਸੇ ਤਰ੍ਹਾਂ ਢਲ ਜਾਏਗੀ। ਉਂਝ ਵੀ ਬਰਾਬਰ ਦੀਆਂ ਪੜ੍ਹਾਈਆਂ ਨਾਲ ਘਰ ਨਹੀਂ ਬਣਦੇ। ਘਰ ਬਣਾਉਣ ਲਈ ਔਰਤ ਦਾ ਸਮਝਦਾਰ, ਸਬਰ ਕਰਨ ਵਾਲੀ, ਰਿਸ਼ਤਿਆਂ ਨੂੰ ਨਿਭਾਉਣ ਵਾਲੀ ਅਤੇ ਵੱਡਿਆਂ ਦਾ ਆਦਰ ਕਰਨ ਵਾਲੀ ਹੋਣਾ ਚਾਹੀਦਾ ਹੈ। ਤੂੰ ਉਸਦੀਆਂ ਬੁਰਾਈਆਂ ਨੂੰ ਛੱਡ ਕੇ ਉਸਦੀਆਂ ਚੰਗਾਈਆਂ ਨੂੰ ਦੇਖ, ਉਸਨੂੰ ਪਿਆਰ ਨਾਲ ਦੇਖ। ਮੇਰੇ ਪਤੀ ਸਿਰ ਝੁਕਾ ਕੇ ਬੈਠੇ ਸਨ ਅਤੇ ਮੇਰੀਆਂ ਨਜ਼ਰਾਂ ਵਿੱਚ ਮੇਰੀ ਸੱਸ ਦਾ ਰੁਤਬਾ ਹੋਰ ਵੀ ਵੱਧ ਗਿਆ ਸੀ। ਮੇਰੀ ਮੰਮੀ ਵੀ ਇਹੀ ਕਹਿੰਦੀ ਸੀ, ਬੇਟੀ, ਤੇਰੀ ਸੱਸ ਬਹੁਤ ਚੰਗੀ ਹੈ,
ਉਹ ਤੇਰੇ ਨਾਲ ਕਦੇ ਵੀ ਕੁਝ ਗਲਤ ਨਹੀਂ ਹੋਣ ਦੇਵੇਗੀ। ਉਸਦੇ ਨਾਲ ਆਪ ਬਹੁਤ ਕੁਝ ਗਲਤ ਹੋਇਆ ਹੈ। ਉਹ ਇੱਕ ਟੁੱਟੀ ਹੋਈ ਔਰਤ ਹੈ। ਤੂੰ ਉਸਨੂੰ ਜਿੰਨਾ ਪਿਆਰ ਦੇਵੇਂਗੀ ਉਹ ਤੈਨੂੰ ਉਸ ਤੋਂ ਜ਼ਿਆਦਾ ਪਿਆਰ ਦੇਵੇਗੀ। ਪਤਾ ਨਹੀਂ ਮੇਰੀ ਮੰਮੀ ਦਾ ਕੀ ਅਹਿਸਾਨ ਸੀ ਜੋ ਮੇਰੀ ਸੱਸ ਮੇਰੇ ਪਤੀ ਨੂੰ ਦੱਸ ਰਹੀ ਸੀ। ਮੇਰੀ ਮੰਮੀ ਨੇ ਤਾਂ ਕਦੇ ਦੱਸਿਆ ਨਹੀਂ। ਖੈਰ, ਮੇਰੇ ਪਤੀ ਦਾ ਵਰਤਾਓ ਉਸ ਦਿਨ ਤੋਂ ਬਦਲ ਗਿਆ। ਇੱਕ ਦਿਨ ਉਹ ਮੈਨੂੰ ਕਾਲਜ ਲੈ ਕੇ ਗਏ ਅਤੇ ਮੇਰਾ ਦਾਖਲਾ ਕਰਵਾ ਦਿੱਤਾ। ਹੁਣ ਉਹ ਆਪਣੀ ਗੱਲਾਂ ਤੇ ਸ਼ਰਮਿੰਦਾ ਵੀ ਸਨ ਅਤੇ ਮੈਂ ਵੀ ਨਖਰੇ ਦਿਖਾ ਰਹੀ ਸੀ, ਪਰ ਮੈਂ ਉਹਨਾਂ ਦਾ ਸਾਰਾ ਕੰਮ ਆਪ ਕਰਦੀ ਸੀ, ਜਿਵੇਂ ਦਾਦੀ ਨੇ ਮੈਨੂੰ ਸਮਝਾਇਆ ਸੀ। ਮੈਂ ਦਾਦੀ ਦੀਆਂ ਗੱਲਾਂ ਤੇ ਅਮਲ ਕਰਨ ਲੱਗੀ ਤਾਂ ਦੇਖਦੇ ਹੀ ਦੇਖਦੇ ਮੇਰੇ ਪਤੀ ਮੇਰੇ ਨੇੜੇ ਹੋਣ ਲੱਗੇ। ਮੈਂ ਉਹਨਾਂ ਨੂੰ ਹਰ ਗੱਲ ਯਾਦ ਦਿਵਾਉਂਦੀ ਤਾਂ ਉਹ ਮਾਫ਼ੀ ਮੰਗਦੇ ਰਹਿ ਜਾਂਦੇ। ਮੈਂ ਸਮਝ ਗਈ ਸੀ ਕਿ ਮੇਰੇ ਪਤੀ ਬਹੁਤ ਚੰਗੇ ਹਨ, ਬਸ ਸੁਭਾਅ ਦੇ ਥੋੜ੍ਹੇ ਗਰਮ ਹਨ। ਮੇਰੇ ਇੱਕ ਨਣਦ ਅਤੇ ਦਿਓਰ ਵੀ ਸੀ। ਨਣਦ ਦਾ ਵਿਆਹ ਹੋ ਗਿਆ ਸੀ। ਉਹ ਵੀ ਚੰਗੀ ਸੀ, ਪਰ ਬਹੁਤ ਗੁੱਸੇ ਵਾਲੀ ਸੀ, ਜਿਸ ਕਰਕੇ ਆਏ ਦਿਨ ਉਸਦਾ ਆਪਣੇ ਪਤੀ ਨਾਲ ਝਗੜਾ ਹੁੰਦਾ ਰਹਿੰਦਾ ਸੀ। ਮੇਰੀ ਨਣਦ ਦਾ ਪਤੀ ਬਿਲਕੁਲ ਵੀ ਚੰਗਾ ਨਹੀਂ ਸੀ। ਉਹਨਾਂ ਦੀ ਲਵ ਮੈਰਿਜ ਹੋਈ ਸੀ, ਪਰ ਹੁਣ ਗੱਲ ਤਲਾਕ ਤੱਕ ਪਹੁੰਚ ਚੁੱਕੀ ਸੀ। ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ। ਕਈ ਵਾਰ ਮੇਰੀ ਨਣਦ ਦਾ ਪਤੀ ਸਾਡੇ ਘਰ ਆਇਆ। ਉਸਦਾ ਮੈਨੂੰ ਘੂਰ-ਘੂਰ ਕੇ ਦੇਖਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ। ਔਰਤ ਆਦਮੀ ਦੀ ਨਜ਼ਰ ਪਹਿਚਾਣ ਜਾਂਦੀ ਹੈ। ਮੈਂ ਕਾਲਜ ਤੋਂ ਆ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ। ਮੈਂ ਬਹੁਤ ਮਿਹਨਤ ਕਰ ਰਹੀ ਸੀ। ਮੇਰਾ ਪਤੀ ਮੈਨੂੰ ਆਪ ਪੜ੍ਹਾਉਂਦਾ ਸੀ। ਮੈਨੂੰ ਆਪਣੀ ਜ਼ਿੰਦਗੀ ਇੱਕ ਸੁਪਨੇ ਵਰਗੀ ਲੱਗ ਰਹੀ ਸੀ। ਉਹਨਾਂ ਦਿਨਾਂ ਵਿੱਚ ਹੀ ਮੇਰੇ ਪਤੀ ਦੇ ਇੱਕ ਦੋਸਤ ਦਾ ਵਿਆਹ ਸੀ। ਉਹ ਇਕੱਲੇ ਹੀ ਵਿਆਹ ਵਿੱਚ ਗਏ ਸਨ। ਅਚਾਨਕ ਹੀ ਮੈਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਉਸਨੇ ਕਿਹਾ, ਜਸਮੀਤ, ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ। ਮੈਨੂੰ ਪਤਾ ਹੈ ਤੂੰ ਆਪਣੇ ਪਤੀ ਤੋਂ ਪਰੇਸ਼ਾਨ ਹੈ। ਜੇ ਤੂੰ ਚਾਹੇ ਤਾਂ ਆਪਾਂ ਦੋਵੇਂ ਇੱਥੇ ਤੋਂ ਭੱਜ ਜਾਂਦੇ ਹਾਂ। ਮੈਂ ਤੇਰੇ ਜਵਾਬ ਦਾ ਇੰਤਜ਼ਾਰ ਕਰਾਂਗਾ। ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਇਹ ਸੁਣ ਕੇ ਮੇਰੀ ਹਾਲਤ ਖਰਾਬ ਹੋ ਗਈ। ਮੈਂ ਤਾਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਆਪਣੇ ਪੇਕੇ ਘਰ ਵੀ ਘੱਟ ਹੀ ਜਾਂਦੀ ਸੀ। ਹੁਣ ਤਾਂ ਮੇਰੇ ਮੋਬਾਈਲ ਤੇ ਰੋਜ਼ ਇਸ ਤਰ੍ਹਾਂ ਹੀ ਫੋਨ ਆਉਣ ਲੱਗੇ। ਮੈਂ ਘਬਰਾ ਗਈ ਸੀ ਅਤੇ ਆਪਣੇ ਪਤੀ ਨੂੰ ਦੱਸਦੇ ਹੋਏ ਵੀ ਡਰ ਲੱਗ ਰਿਹਾ ਸੀ। ਮੈਂ ਤਾਂ ਆਪਣਾ ਨੰਬਰ ਕਾਲਜ ਵਿੱਚ ਵੀ ਕਿਸੇ ਨੂੰ ਨਹੀਂ ਦਿੱਤਾ ਸੀ। ਮੈਂ ਮੈਂਟਲੀ ਅਪਸੈਟ ਰਹਿਣ ਲੱਗੀ। ਮੇਰੇ ਪਤੀ ਵੀ ਮੇਰੀ ਹਾਲਤ ਨੋਟ ਕਰ ਰਹੇ ਸਨ ਅਤੇ ਮੈਨੂੰ ਪੁੱਛਦੇ ਵੀ ਸੀ ਕਿ ਕੀ ਹੋਇਆ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ। ਕਈ ਦਿਨਾਂ ਤੱਕ ਆਪਣਾ ਨੰਬਰ ਬੰਦ ਰੱਖਦੀ ਸੀ। ਮੈਂ ਆਪਣਾ ਮੋਬਾਈਲ ਔਨ ਹੀ ਕੀਤਾ ਕਿ ਕਾਲ ਆ ਗਈ। ਮੈਂ ਹੈਲੋ ਕਿਹਾ ਤਾਂ ਉੱਧਰ ਤੋਂ ਇੱਕ ਮੁੰਡੇ ਦੀ ਆਵਾਜ਼ ਆਈ। ਉਹ ਕਹਿਣ ਲੱਗਿਆ, ਮੈਂ ਤੈਨੂੰ ਪਿਆਰ ਕਰਦਾ ਹਾਂ, ਤੈਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ। ਸਰਦੀਆਂ ਦਾ ਮੌਸਮ ਸੀ। ਇਸ ਮੌਸਮ ਵਿੱਚ ਵੀ ਮੈਨੂੰ ਪਸੀਨੇ ਆ ਰਹੇ ਸਨ। ਮੈਂ ਉਸਨੂੰ ਕਿਹਾ, ਮੈਂ ਵਿਆਹੁਤਾ ਹਾਂ ਅਤੇ ਬਹੁਤ ਖੁਸ਼ ਹਾਂ। ਰੱਬ ਦੇ ਵਾਸਤੇ ਮੇਰਾ ਪਿੱਛਾ ਛੱਡ ਦਿਓ। ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਮੈਨੂੰ ਨਹੀਂ ਪਤਾ ਸੀ, ਪਰ ਸ਼ਾਇਦ ਮੇਰੇ ਪਤੀ ਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਸ ਦਿਨ ਤੋਂ ਉਹਨਾਂ ਦਾ ਵਰਤਾਓ ਬਦਲ ਗਿਆ ਸੀ। ਮੇਰੇ MA ਦੇ ਪੇਪਰ ਹੋਣ ਵਾਲੇ ਸਨ। ਮੇਰੇ ਪਤੀ ਨੇ ਕਿਹਾ, ਕੋਈ ਜ਼ਰੂਰਤ ਨਹੀਂ ਹੈ ਕਾਲਜ ਜਾ ਕੇ ਦਿਲ ਬਹਿਲਾਉਣ ਦੀ। ਘਰ ਵਿੱਚ ਬੈਠ, ਘਰ ਸੰਭਾਲ। ਪਰ ਮੈਂ ਬਹਿਸ ਕਰਨ ਲੱਗੀ। ਮੈਂ ਬਹੁਤ ਮਿਹਨਤ ਕੀਤੀ ਸੀ। ਮੈਂ ਕਿਹਾ, ਤੁਸੀਂ ਤਾਂ ਆਪ ਮੈਨੂੰ ਪੜ੍ਹਾਉਣਾ ਚਾਹੁੰਦੇ ਸੀ। ਤੁਸੀਂ ਚਾਹੁੰਦੇ ਸੀ ਕਿ ਮੈਂ ਅੱਗੇ ਵਧਾਂ, ਪਰ ਉਹ ਪਹਿਲਾਂ ਦੀ ਤਰ੍ਹਾਂ ਮੇਰੇ ਉੱਪਰ ਗੁੱਸਾ ਕਰਨ ਲੱਗੇ। ਮੈਂ ਸਮਝ ਗਈ ਸੀ ਕਿ ਪਿਆਰ ਮੇਰੇ ਨਸੀਬ ਵਿੱਚ ਹੀ ਨਹੀਂ ਹੈ। ਮੇਰੀ ਨਣਦ ਵੀ ਸਾਡੇ ਘਰ ਆਈ ਹੋਈ ਸੀ। ਉਹ ਵੀ ਮੇਰੇ ਤੋਂ ਨਾਰਾਜ਼ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਸਾਰੇ ਫਸਾਦ ਦੀ ਜੜ ਮੈਂ ਹੀ ਹਾਂ। ਉਹ ਸਭ ਦੀ ਲਾਡਲੀ ਸੀ, ਇਸ ਲਈ ਮੈਂ ਉਸਨੂੰ ਕੋਈ ਜਵਾਬ ਨਹੀਂ ਦਿੰਦੀ ਸੀ। ਮੈਂ ਆਪਣਾ ਫੋਨ ਹਮੇਸ਼ਾ ਲਈ ਬੰਦ ਕਰ ਦਿੱਤਾ ਸੀ। ਹੁਣ ਘਰ ਦੇ ਨੰਬਰ ਤੇ ਹੀ ਫੋਨ ਆਉਂਦਾ ਸੀ ਤਾਂ ਸੱਸ ਜਾਂ ਨਣਦ ਚੁੱਕਦੀਆਂ ਸਨ ਅਤੇ ਅੱਗੇ ਤੋਂ ਕੋਈ ਬੋਲਦਾ ਹੀ ਨਹੀਂ ਸੀ। ਮੇਰਾ ਪਤੀ ਵੀ ਹੁਣ ਮੇਰੀ ਹਰ ਹਰਕਤ ਤੇ ਨਜ਼ਰ ਰੱਖਣ ਲੱਗਿਆ ਸੀ। ਮੈਨੂੰ ਲੱਗ ਰਿਹਾ ਸੀ ਕਿ ਉਹ ਸਭ ਕੁਝ ਜਾਣ ਚੁੱਕੇ ਹਨ। ਮੈਂ ਤਾਂ ਫੋਨ ਕਰਨ ਵਾਲੇ ਨੂੰ ਜਾਣਦੀ ਵੀ ਨਹੀਂ ਸੀ। ਮੈਂ ਆਪਣੀ ਦਾਦੀ ਨੂੰ ਹਰ ਗੱਲ ਦੱਸਦੀ ਸੀ। ਮੈਂ ਉਹਨਾਂ ਨੂੰ ਪੂਰੀ ਗੱਲ ਦੱਸੀ ਤਾਂ ਉਹ ਮੈਨੂੰ ਝਿੜਕਣ ਲੱਗੀ ਅਤੇ ਕਹਿਣ ਲੱਗੀ, ਤੂੰ ਉਸੇ ਵੇਲੇ ਆਪਣੇ ਪਤੀ ਨੂੰ ਸਭ ਕੁਝ ਕਿਉਂ ਨਹੀਂ ਦੱਸਿਆ? ਹਮੇਸ਼ਾ ਡਰਪੋਕ ਬਣੀ ਰਹਿੰਦੀ ਹੈ। ਪਤੀ ਪਤਨੀ ਦਾ ਰਿਸ਼ਤਾ ਜਿੰਨਾ ਮਜ਼ਬੂਤ ਹੁੰਦਾ ਹੈ, ਓਨਾ ਹੀ ਕਮਜ਼ੋਰ ਵੀ ਹੁੰਦਾ ਹੈ। ਅਗਲੇ ਦਿਨ ਹਿੰਮਤ ਕਰਕੇ ਮੈਂ ਆਪਣੇ ਪਤੀ ਨੂੰ ਸਭ ਕੁਝ ਦੱਸ ਦਿੱਤਾ। ਉਹ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਚਲੇ ਗਏ। ਮੈਂ ਸਮਝ ਗਈ ਸੀ ਕਿ ਕੋਈ ਵੀ ਪਤੀ ਇਹ ਸਭ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ।
ਅਗਲੇ ਦਿਨ ਮੇਰੀ ਨਣਦ ਦੇ ਘਰ ਵਾਲੇ ਉਸ ਨੂੰ ਲੈਣ ਆਏ ਸਨ, ਕਿਉਂਕਿ ਉਸ ਦਾ ਪਤੀ ਜੇਲ੍ਹ ਵਿੱਚ ਸੀ। ਪਰ ਉਹ ਜੇਲ੍ਹ ਵਿੱਚ ਕਿਉਂ ਸੀ, ਮੈਨੂੰ ਇਸ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ ਅਤੇ ਨਾ ਹੀ ਮੈਨੂੰ ਕਿਸੇ ਨੇ ਕੁਝ ਦੱਸਿਆ ਸੀ। ਮੇਰੀ ਸੱਸ ਦੇ ਸੁਭਾਅ ਵਿੱਚ ਵੀ ਬਦਲਾਅ ਆਉਣ ਲੱਗਿਆ ਸੀ। ਹੁਣ ਤਾਂ ਮੇਰੇ ਸੱਸ ਸਹੁਰੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਝਗੜੇ ਹੋਣ ਲੱਗੇ ਸਨ। ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਉੱਪਰ ਆ ਗਈ ਸੀ। ਮੇਰੀ ਸੱਸ ਤਾਂ ਸਾਰਾ ਦਿਨ ਕਮਰੇ ਵਿੱਚ ਹੀ ਬੰਦ ਰਹਿੰਦੀ ਸੀ। ਨਣਦ ਵੀ ਆਪਣੇ ਘਰ ਚਲੀ ਗਈ ਸੀ ਅਤੇ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਫੋਨ ਵੀ ਆਉਣਾ ਬੰਦ ਹੋ ਗਿਆ ਸੀ। ਉਸੇ ਵੇਲੇ ਮੇਰੇ ਉੱਪਰ ਰੱਬ ਦੀ ਕਿਰਪਾ ਹੋਈ ਅਤੇ ਮੈਂ ਪ੍ਰੈਗਨੈਂਟ ਹੋ ਗਈ। ਮੇਰੇ ਪਤੀ ਬਹੁਤ ਖੁਸ਼ ਸਨ। ਮੈਂ ਉਹਨਾਂ ਦੇ ਚਿਹਰੇ ਨੂੰ ਦੇਖ ਰਹੀ ਸੀ ਤਾਂ ਉਹ ਬੋਲੇ, ਮੈਨੂੰ ਸਭ ਕੁਝ ਪਤਾ ਲੱਗ ਚੁੱਕਿਆ ਸੀ। ਬਸ ਮੈਂ ਤੇਰੇ ਤੋਂ ਨਾਰਾਜ਼ ਸੀ। ਤੂੰ ਹਾਲੇ ਤੱਕ ਮੇਰੇ ਉੱਪਰ ਭਰੋਸਾ ਨਹੀਂ ਕੀਤਾ। ਤੂੰ ਉਸੇ ਵੇਲੇ ਮੈਨੂੰ ਸਭ ਕੁਝ ਦੱਸ ਸਕਦੀ ਸੀ। ਤੂੰ ਮੇਰੀ ਪਤਨੀ ਹੈ। 2 ਸਾਲਾਂ ਤੋਂ ਆਪਾਂ ਇਕੱਠੇ ਹਾਂ। ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇੱਕ ਪਤੀ ਨਾਲੋਂ ਜ਼ਿਆਦਾ ਆਪਣੀ ਪਤਨੀ ਨੂੰ ਭਲਾ ਕੌਣ ਸਮਝ ਸਕਦਾ ਹੈ। ਉਸ ਦਿਨ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਫੋਨ ਕਰਕੇ ਪਰੇਸ਼ਾਨ ਕਰਨ ਵਾਲਾ ਮੇਰੀ ਨਣਦ ਦਾ ਪਤੀ ਸੀ। ਉਹ ਬਹੁਤ ਕੁੜੀਆਂ ਨਾਲ ਅਜਿਹਾ ਕਰ ਚੁੱਕਾ ਹੈ। ਇਸੇ ਕਰਕੇ ਉਹ ਜੇਲ੍ਹ ਵਿੱਚ ਹੈ। ਉਸ ਦੀ ਆਦਤ ਹੀ ਅਜਿਹੀ ਹੈ। ਇਸੇ ਕਰਕੇ ਮੇਰੀ ਨਣਦ ਦੀ ਵੀ ਉਸ ਨਾਲ ਨਹੀਂ ਬਣਦੀ। ਇੱਕ ਦਿਨ ਸਾਡੇ ਘਰ ਇੱਕ ਬੁੱਢੀ ਔਰਤ ਆਈ, ਜਿਸ ਦੀ ਹਾਲਤ ਬਹੁਤ ਖਰਾਬ ਸੀ। ਉਸ ਦੇ ਪੈਰਾਂ ਦੀਆਂ ਜੁੱਤੀਆਂ ਵੀ ਟੁੱਟੀਆਂ ਹੋਈਆਂ ਸਨ। ਉਸ ਨੂੰ ਦੇਖ ਕੇ ਮੇਰੀ ਸੱਸ ਨੇ ਮੈਨੂੰ ਕਮਰੇ ਵਿੱਚ ਜਾਣ ਨੂੰ ਕਿਹਾ। ਜਦੋਂ ਉਹ ਚਲੀ ਗਈ ਤਾਂ ਮੈਂ ਪੁੱਛਿਆ, ਇਹ ਕੌਣ ਸੀ? ਤਾਂ ਮੇਰੀ ਸੱਸ ਨੇ ਦੱਸਿਆ ਕਿ ਇਹ ਮੰਗਣ ਵਾਲੀ ਸੀ। ਫਿਰ ਮੈਂ ਆਪਣੇ ਪੇਕੇ ਚਲੀ ਗਈ। ਜਦੋਂ ਵਾਪਸ ਆਈ ਤਾਂ ਮੇਰੀ ਸੱਸ ਨੇ ਆਪਣੇ ਲਈ ਇੱਕ ਨੌਕਰਾਣੀ ਰੱਖ ਲਈ ਸੀ। ਉਹ ਬਹੁਤ ਹੀ ਗਰੀਬ ਕੁੜੀ ਸੀ। ਉਹ ਹਰ ਵੇਲੇ ਸੱਸ ਅਤੇ ਸਹੁਰੇ ਦੇ ਕਮਰੇ ਵਿੱਚ ਰਹਿੰਦੀ ਸੀ। ਉਹ ਸੌਂਦੀ ਵੀ ਉਹਨਾਂ ਦੇ ਕਮਰੇ ਵਿੱਚ ਹੀ ਸੀ। ਮੇਰੇ ਸੱਸ ਸਹੁਰਾ ਵੀ ਬਹੁਤ ਖੁਸ਼ ਸਨ। ਹੈਰਾਨੀ ਤਾਂ ਇਹ ਸੀ ਕਿ ਹੁਣ ਉਹ ਲੜਾਈ ਵੀ ਨਹੀਂ ਕਰਦੇ ਸਨ। ਪਰ ਜਦੋਂ ਤੋਂ ਉਹ ਨੌਕਰਾਣੀ ਆਈ ਸੀ, ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ। ਇੱਕ ਦਿਨ ਮੈਂ ਉਸ ਨੌਕਰਾਣੀ ਨੂੰ ਪੁੱਛਿਆ ਤਾਂ ਉਹ ਰੋਂਦੇ ਹੋਏ ਬੋਲੀ, ਉਹਨਾਂ ਦੋਵਾਂ ਪਤੀ ਪਤਨੀ ਤੋਂ ਮੇਰਾ ਹਿਸਾਬ ਪਰਮਾਤਮਾ ਲਵੇਗਾ। ਉਸ ਦੀ ਗੱਲ ਸੁਣ ਕੇ ਮੈਂ ਡਰ ਗਈ, ਕਿਉਂਕਿ ਮੈਂ ਮਾਂ ਬਣਨ ਵਾਲੀ ਸੀ। ਮੈਨੂੰ ਡਰ ਸੀ ਕਿ ਕਿਤੇ ਉਸ ਦੀ ਬਦਦੁਆ ਮੈਨੂੰ ਨਾ ਲੱਗ ਜਾਵੇ। ਕੁਝ ਦਿਨਾਂ ਤੋਂ ਉਹ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਰਹੀ ਸੀ। ਉਸ ਦਾ ਸਰੀਰ ਪੀਲਾ ਪੈਂਦਾ ਜਾ ਰਿਹਾ ਸੀ। ਜਦੋਂ ਉਹ ਤੁਰਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਉਹ ਹੁਣੇ ਗਿਰ ਜਾਵੇਗੀ। ਇੱਕ ਦਿਨ ਉਹ ਮੇਰੀ ਸੱਸ ਲਈ ਚਾਹ ਬਣਾ ਰਹੀ ਸੀ ਕਿ ਉਦੋਂ ਹੀ ਉਹ ਬੇਹੋਸ਼ ਹੋ ਗਈ। ਮੈਂ ਫਟਾਫਟ ਉਸ ਨੂੰ ਹਸਪਤਾਲ ਲੈ ਗਈ। ਜਿਵੇਂ ਹੀ ਡਾਕਟਰ ਕਮਰੇ ਤੋਂ ਬਾਹਰ ਆਇਆ ਤਾਂ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ। ਮੈਂ ਡਰ ਗਈ। ਡਾਕਟਰ ਨੇ ਮੈਨੂੰ ਉਸ ਦੀ ਰਿਪੋਰਟ ਦਿੱਤੀ, ਜਿਸ ਨੂੰ ਪੜ੍ਹ ਕੇ ਮੈਂ ਸੁੰਨ ਰਹਿ ਗਈ। ਮੇਰੇ ਹੋਸ਼ ਉੱਡ ਗਏ ਕਿ ਮੇਰੀ ਸੱਸ 3 ਮਹੀਨੇ ਤੋਂ ਉਸ ਨਾਲ ਗਲਤ ਕਰ ਰਹੀ ਹੈ। ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਭਲਾ ਮੇਰੀ ਸੱਸ ਅਜਿਹੀ ਘਟੀਆ ਹਰਕਤ ਕਿਵੇਂ ਕਰ ਸਕਦੀ ਹੈ? ਪੁਲਿਸ ਮੇਰੀ ਸੱਸ ਨੂੰ ਫੜਨ ਲਈ ਘਰ ਆ ਗਈ ਸੀ। ਮੇਰੇ ਪਤੀ ਨੇ ਬੜੀ ਮੁਸ਼ਕਿਲ ਨਾਲ ਪੁਲਿਸ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ। ਮੇਰੇ ਸੱਸ ਸਹੁਰਾ ਸਾਹਮਣੇ ਬੈਠੇ ਸਨ। ਮੇਰੇ ਪਤੀ ਨੇ ਪੁੱਛਿਆ, ਮੰਮੀ ਜੀ, ਜੋ ਕੁਝ ਡਾਕਟਰ ਕਹਿ ਰਹੇ ਹਨ ਕਿ ਉਹ ਸਭ ਸੱਚ ਹੈ? ਪਤਾ ਨਹੀਂ ਉਹ ਕਿਉਂ ਮੁਸਕਰਾ ਰਹੀ ਸੀ, ਪਰ ਉਹਨਾਂ ਦੀ ਮੁਸਕਰਾਹਟ ਵਿੱਚ ਇੱਕ ਨਮੀ ਸੀ। ਫਿਰ ਮੇਰੀ ਸੱਸ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿ ਉਹ ਕਿਵੇਂ ਇਸ ਮੋੜ ਤੱਕ ਆਈ ਜਿੱਥੋਂ ਉਹਨਾਂ ਨੂੰ ਇਹ ਪਾਪ ਕਰਨੇ ਪਏ। ਜਦੋਂ ਮੇਰਾ ਪਹਿਲਾ ਵਿਆਹ ਹੋਇਆ ਸੀ ਤਾਂ ਮੈਂ ਬਿਲਕੁਲ ਜਸਮੀਤ ਵਰਗੀ ਸੀ। ਫਰਕ ਸਿਰਫ ਇੰਨਾ ਸੀ ਕਿ ਜਸਮੀਤ ਨੂੰ ਸਮਝਾਉਣ ਵਾਲੇ, ਸਹਾਰਾ ਦੇਣ ਵਾਲੇ ਬਹੁਤ ਸਨ, ਪਰ ਮੈਂ ਇਸ ਦੁਨੀਆ ਵਿੱਚ ਇਕੱਲੀ ਸੀ। ਬਸ ਮੇਰੀ ਇੱਕ ਸਹੇਲੀ ਸੀ ਜੋ ਜਸਮੀਤ ਦੀ ਮਾਂ ਹੈ। ਉਹ ਮੇਰਾ ਖਿਆਲ ਰੱਖਦੀ ਸੀ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਸੱਸ ਅਤੇ ਨਣਦ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ ਸੀ ਅਤੇ ਮੇਰੇ ਪਤੀ ਦੇ ਸਾਹਮਣੇ ਉਹ ਚੰਗਾ ਬਣਨ ਦਾ ਨਾਟਕ ਕਰਦੀਆਂ ਸਨ। ਸਮੇਂ ਦੇ ਨਾਲ-ਨਾਲ ਮੇਰਾ ਪਤੀ ਵੀ ਆਪਣੀ ਮਾਂ ਅਤੇ ਭੈਣਾਂ ਦੀ ਸੁਣਨ ਲੱਗਿਆ। ਜਦੋਂ ਮੈਂ ਆਪਣੇ ਪਤੀ ਲਈ ਤਿਆਰ ਹੁੰਦੀ ਤਾਂ ਮੇਰੀ ਨਣਦ ਜਾਣ ਬੁੱਝ ਕੇ ਮੇਰੇ ਕੱਪੜਿਆਂ ਉੱਪਰ ਸਬਜ਼ੀ ਸੁੱਟ ਦਿੰਦੀ ਤੇ ਕਦੇ ਪਾਣੀ ਡੋਲ ਦਿੰਦੀ। ਹੋਰ ਤਾਂ ਹੋਰ ਮੇਰੇ ਕੱਪੜੇ ਜਲਾਉਣ ਦੀ ਕੋਸ਼ਿਸ਼ ਕਰਦੀ। ਇੱਕ ਵਾਰ ਜਦੋਂ ਮੈਂ ਮਾਂ ਬਣਨ ਵਾਲੀ ਸੀ, ਡਾਕਟਰ ਨੇ ਮੈਨੂੰ ਬੈੱਡ ਰੈਸਟ ਦਿੱਤੀ ਸੀ ਤਾਂ ਮੇਰੀ ਨਣਦ ਜਾਣ ਬੁੱਝ ਕੇ ਮੇਰੇ ਤੋਂ ਕੰਮ ਕਰਵਾਇਆ ਕਰਦੀ ਸੀ ਅਤੇ ਮੈਂ ਜੋ ਵੀ ਖਾਣਾ ਬਣਾਉਂਦੀ ਉਸ ਨੂੰ ਖਰਾਬ ਕਰ ਦਿੰਦੀ ਸੀ। ਕਦੇ ਉਸ ਵਿੱਚ ਬਾਲ ਸੁੱਟ ਦਿੰਦੀ ਤੇ ਕਦੇ ਨਮਕ ਪਾ ਦਿੰਦੀ, ਕਦੇ ਮਿਰਚੀ ਪਾ ਦਿੰਦੀ। ਜਦੋਂ ਮੈਂ ਇਹ ਸਭ ਕੁਝ ਆਪਣੇ ਪਤੀ ਨੂੰ ਦੱਸਦੀ ਤਾਂ ਉਹ ਕਦੇ ਵੀ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਸਨ। ਉਹਨਾਂ ਉੱਪਰ ਕਿਸੇ ਤਾਬੀਜ਼ ਦਾ ਅਸਰ ਸੀ। ਉਹ ਹਰ ਸਮੇਂ ਗੁੰਮਸੁੰਮ ਰਹਿੰਦੇ ਸਨ। ਆਪਣੀ ਸੱਸ ਅਤੇ ਨਣਦ ਦੇ ਅਤਿਆਚਾਰ ਤੋਂ ਮੈਂ ਕਮਜ਼ੋਰ ਹੋਣ ਲੱਗੀ ਅਤੇ ਮੇਰਾ ਮਿਸਕੈਰੇਜ ਹੋ ਗਿਆ। ਹਰ ਔਰਤ ਨੂੰ ਆਪਣੇ ਪਹਿਲੇ ਬੱਚੇ ਨਾਲ ਬਹੁਤ ਪਿਆਰ ਹੁੰਦਾ ਹੈ, ਪਰ ਮੇਰੇ ਬੱਚੇ ਨੂੰ ਮੇਰੀ ਨਣਦ ਨੇ ਮਾਰ ਦਿੱਤਾ। ਤਾਂ ਜਦੋਂ ਮੈਂ ਆਪਣੇ ਪਤੀ ਨੂੰ ਇਹ ਸਭ ਕੁਝ ਦੱਸਿਆ ਤਾਂ ਉਹਨਾਂ ਨੇ ਵੀ ਮੈਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ
ਅਤੇ ਕਹਿਣ ਲੱਗੇ ਕਿ ਮੈਂ ਉਹਨਾਂ ਦੀ ਮਾਂ ਅਤੇ ਭੈਣ 'ਤੇ ਇਲਜ਼ਾਮ ਲਗਾ ਰਹੀ ਹਾਂ ਅਤੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਕੇ ਪਛਤਾ ਰਿਹਾ ਹਾਂ। ਮੇਰਾ ਦੁੱਖ ਸੁਣਨ ਵਾਲਾ ਕੋਈ ਵੀ ਨਹੀਂ ਸੀ। ਜਦੋਂ ਇਹ ਸਭ ਕੁਝ ਹੋ ਰਿਹਾ ਸੀ ਤਾਂ ਮੇਰੀ ਨਣਦ ਸਾਹਮਣੇ ਖੜੀ ਹੱਸ ਰਹੀ ਸੀ। ਕਦੇ-ਕਦੇ ਤਾਂ ਉਹ ਮੈਨੂੰ ਜ਼ਹਿਰ ਵਰਗੀ ਲੱਗਦੀ ਸੀ। ਮੈਂ ਘਰ ਛੱਡ ਕੇ ਜਾਂਦੀ ਤਾਂ ਜਾਂਦੀ ਵੀ ਕਿੱਥੇ। ਮੇਰਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ। ਕੁਝ ਸਾਲ ਇਸੇ ਤਰ੍ਹਾਂ ਹੀ ਲੰਘ ਗਏ। ਇੱਕ ਦਿਨ ਮੇਰੀ ਸੱਸ ਤੇ ਨਣਦ ਨੇ ਮੈਨੂੰ ਸਟੋਰ ਵਿੱਚ ਬੰਦ ਕਰ ਦਿੱਤਾ ਅਤੇ ਇੱਕ ਮੁੰਡੇ ਨੂੰ ਉੱਥੇ ਭੇਜ ਦਿੱਤਾ। ਉਸੇ ਵੇਲੇ ਮੇਰਾ ਪਤੀ ਘਰ ਆ ਗਿਆ। ਮੈਂ ਦੁਬਾਰਾ ਮਾਂ ਬਣਨ ਵਾਲੀ ਸੀ। ਮੇਰੇ ਪਤੀ ਨੇ ਮੇਰੇ ਬੱਚੇ ਨੂੰ ਨਾਜਾਇਜ਼ ਕਹਿ ਕੇ ਮੈਨੂੰ ਘਰ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ। ਮੈਨੂੰ ਮੇਰੀ ਸਹੇਲੀ ਜਸਮੀਤ ਦੀ ਮੰਮੀ ਨੇ ਆਪਣੇ ਘਰ ਵਿੱਚ ਜਗ੍ਹਾ ਦਿੱਤੀ। ਉਸਨੇ ਦਿਨ ਰਾਤ ਆਪਣੇ ਸਹੁਰਿਆਂ ਦੇ ਤਾਨੇ ਸੁਣੇ, ਪਰ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ। ਮੇਰਾ ਪੂਰਾ ਸਾਥ ਦਿੱਤਾ। ਮੇਰੇ ਕੋਲ ਇੱਕ ਬੇਟਾ ਪੈਦਾ ਹੋਇਆ ਜੋ ਕਿ ਤੂੰ ਹੈ। ਮੇਰੀ ਸੱਸ ਨੇ ਮੇਰੇ ਪਤੀ ਵੱਲ ਇਸ਼ਾਰਾ ਕੀਤਾ ਤਾਂ ਮੇਰਾ ਪਤੀ ਮੈਨੂੰ ਲੈਣ ਆਇਆ। ਉਸਨੇ ਮੇਰੇ ਤੋਂ ਮਾਫ਼ੀ ਮੰਗੀ। ਉਸਨੂੰ ਸਾਰੀ ਸੱਚਾਈ ਪਤਾ ਚੱਲ ਗਈ ਸੀ। ਮੇਰੀ ਨਣਦ ਕਿਸੇ ਮੁੰਡੇ ਨਾਲ ਭੱਜ ਗਈ ਸੀ। ਮੇਰਾ ਪਤੀ ਰੋ ਰੋ ਕੇ ਮੇਰੇ ਤੋਂ ਮਾਫ਼ੀ ਮੰਗ ਰਿਹਾ ਸੀ ਤਾਂ ਮੈਂ ਵੀ ਆਪਣੇ ਬੇਟੇ ਦੀ ਖਾਤਰ ਉਸਨੂੰ ਮਾਫ਼ ਕਰ ਦਿੱਤਾ। ਕੁਝ ਦਿਨਾਂ ਬਾਅਦ ਮੇਰੇ ਪਤੀ ਨੇ ਆਪਣੀ ਭੈਣ ਦੇ ਸਦਮੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ। ਇਸ ਗਮ ਵਿੱਚ ਮੇਰੀ ਸੱਸ ਵੀ ਚੱਲ ਵਸੀ। ਮੈਂ ਇੱਕ ਵਾਰ ਫਿਰ ਤੋਂ ਇਕੱਲੀ ਹੋ ਗਈ। ਕੁਝ ਦੇਰ ਬਾਅਦ ਆਪਣੇ ਬੇਟੇ ਲਈ ਮੈਂ ਦੂਜਾ ਵਿਆਹ ਕਰ ਲਿਆ, ਪਰ ਮੈਂ ਪਹਿਲਾਂ ਵਰਗੀ ਨਹੀਂ ਰਹੀ ਸੀ। ਮੈਂ ਅੰਦਰ ਤੋਂ ਮੁਰਦਾ ਹੋ ਗਈ ਸੀ। ਮੇਰਾ ਦੂਜਾ ਪਤੀ ਮੇਰਾ ਖਿਆਲ ਰੱਖਦਾ ਸੀ। ਸਮਾਂ ਲੰਘਦਾ ਗਿਆ ਅਤੇ ਮੇਰੇ 3 ਬੱਚੇ ਹੋ ਗਏ ਅਤੇ ਫਿਰ ਸਮੇਂ ਦੇ ਨਾਲ ਨਾਲ ਜਵਾਨ ਹੋ ਗਏ। ਕੁਝ ਮਹੀਨੇ ਪਹਿਲਾਂ ਇੱਕ ਔਰਤ ਸਾਡੇ ਘਰ ਆਈ ਸੀ। ਉਹ ਮੇਰੀ ਨਣਦ ਸੀ ਜੋ ਘਰ ਤੋਂ ਭੱਜ ਗਈ ਸੀ। ਉਸਨੇ ਹੱਥ ਜੋੜ ਕੇ ਮੇਰੇ ਸਾਹਮਣੇ ਮੇਰੇ ਤੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਮੈਂ ਉਸਦੀ ਬੇਟੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਵਾਂ। ਉਸਨੇ ਜਿਸ ਆਦਮੀ ਨਾਲ ਭੱਜ ਕੇ ਵਿਆਹ ਕੀਤਾ ਸੀ ਉਹ ਇੱਕ ਜੁਆਰੀ ਅਤੇ ਨਸ਼ੇੜੀ ਸੀ। ਉਸਦੀ ਕੁੜੀ ਜਵਾਨ ਹੋਣ ਵਾਲੀ ਸੀ, ਇਸ ਲਈ ਉਸਨੂੰ ਆਪਣੇ ਪਤੀ ਤੋਂ ਖਤਰਾ ਸੀ ਕਿ ਉਸਦਾ ਪਤੀ ਉਸਦੀ ਕੁੜੀ ਨੂੰ ਵੇਚ ਦੇਵੇਗਾ। ਉਸਨੇ ਮੈਨੂੰ ਮੇਰੇ ਪਹਿਲੇ ਪਤੀ ਦਾ ਵਾਸਤਾ ਦਿੱਤਾ, ਇਸ ਲਈ ਮੈਂ ਉਸਨੂੰ ਨੌਕਰਾਣੀ ਬਣਾ ਕੇ ਰੱਖ ਲਿਆ। ਜਿਸਨੂੰ ਤੁਸੀਂ ਨੌਕਰਾਣੀ ਸਮਝ ਰਹੇ ਸੀ ਉਹ ਤੁਹਾਡੀ ਉਸ ਭੂਆ ਦੀ ਕੁੜੀ ਸੀ ਜਿਸਨੇ ਮੈਨੂੰ ਅੱਧਾ ਪਾਗਲ ਬਣਾ ਦਿੱਤਾ ਸੀ। ਮੈਨੂੰ ਉਸ ਔਰਤ ਨਾਲ ਇੰਨੀ ਨਫ਼ਰਤ ਹੈ ਕਿ ਮੈਂ ਉਸਨੂੰ ਜਿਉਂਦੇ ਜੀ ਕਦੇ ਵੀ ਮਾਫ਼ ਨਹੀਂ ਕਰ ਸਕਦੀ। ਉਸਨੇ ਜੋ ਕੁਝ ਮੇਰੇ ਨਾਲ ਕੀਤਾ ਉਸ ਤੋਂ ਜ਼ਿਆਦਾ ਸਜ਼ਾ ਉਸਨੂੰ ਮਿਲੀ। ਉਸਨੇ ਜੋ ਕੁਝ ਮੇਰੇ ਨਾਲ ਕੀਤਾ ਉਸਨੂੰ ਮੈਂ ਕਦੇ ਭੁਲਾ ਨਹੀਂ ਸਕਦੀ। ਮੇਰੇ ਜ਼ਖਮ ਫਿਰ ਤੋਂ ਹਰੇ ਹੋ ਗਏ। ਮੈਂ ਉਸਦੀ ਕੁੜੀ 'ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਮੈਂ ਉਸਨੂੰ ਸਾਰੀ ਰਾਤ ਸੌਣ ਨਹੀਂ ਦਿੰਦੀ ਸੀ। ਸਾਰੀ ਰਾਤ ਉਸ ਤੋਂ ਆਪਣੀਆਂ ਅਤੇ ਆਪਣੇ ਪਤੀ ਦੀਆਂ ਲੱਤਾਂ ਕਟਵਾਉਂਦੀ ਸੀ। ਜਦੋਂ ਉਸਨੂੰ ਨੀਂਦ ਆਉਂਦੀ ਤਾਂ ਉਸਦੇ ਥੱਪੜ ਮਾਰਦੀ, ਜਿਸ ਕਰਕੇ ਉਸਦੀ ਹਾਲਤ ਅਜਿਹੀ ਹੋ ਗਈ ਸੀ ਜਿਵੇਂ ਕਦੇ ਮੇਰੀ ਹੁੰਦੀ ਸੀ। ਜਦੋਂ ਮੈਂ ਉਸਦੀ ਕੁੜੀ ਨੂੰ ਦੇਖਦੀ ਹਾਂ ਮੈਨੂੰ ਉਹ ਔਰਤ ਦਿਖਦੀ ਹੈ। ਹੁਣ ਉਸਦੀ ਮਾਂ ਮੇਰੇ ਤੋਂ ਮਾਫ਼ੀ ਮੰਗਣ ਆਉਂਦੀ ਹੈ। ਕੁਝ ਦਿਨ ਪਹਿਲਾਂ ਉਸਦੇ ਪਤੀ ਨੇ ਉਸਨੂੰ ਮਾਰ ਦਿੱਤਾ ਅਤੇ ਆਪ ਜੇਲ੍ਹ ਚਲਾ ਗਿਆ। ਮੇਰੀ ਸੱਸ ਹੌਕੇ ਲੈ ਕੇ ਰੋ ਰਹੀ ਸੀ ਅਤੇ ਸਾਡੀਆਂ ਸਭ ਦੀਆਂ ਅੱਖਾਂ ਵੀ ਗਿੱਲੀਆਂ ਸਨ। ਅਤੀਤ ਵਿੱਚ ਉਹਨਾਂ ਨਾਲ ਜੋ ਕੁਝ ਵੀ ਹੋਇਆ ਉਹ ਗਲਤ ਸੀ, ਪਰ ਹੁਣ ਉਹ ਜੋ ਕੁਝ ਵੀ ਉਸ ਕੁੜੀ ਨਾਲ ਕਰ ਰਹੀ ਸੀ ਉਹ ਵੀ ਗਲਤ ਸੀ। ਉਹ ਉਹਨਾਂ ਦੇ ਘਰ ਦੀ ਇੱਜ਼ਤ ਸੀ। ਉਹ ਮੇਰੀ ਸੱਸ ਦੇ ਪੈਰ ਫੜ ਕੇ ਬੈਠੀ ਸੀ ਅਤੇ ਕਹਿ ਰਹੀ ਸੀ, ਆਂਟੀ ਜੋ ਕੁਝ ਵੀ ਤੁਹਾਡੇ ਨਾਲ ਹੋਇਆ ਉਸ ਵਿੱਚ ਮੇਰਾ ਕੀ ਕਸੂਰ ਸੀ। ਤੁਸੀਂ ਵੀ ਉਹੀ ਸਭ ਕੁਝ ਕਰ ਰਹੇ ਹੋ ਜੋ ਮੇਰੀ ਮੰਮੀ ਨੇ ਤੁਹਾਡੇ ਨਾਲ ਕੀਤਾ ਸੀ। ਤੁਸੀਂ ਸਿਰਫ ਇੱਕ ਵਾਰ ਮੈਨੂੰ ਅਤੇ ਮੇਰੀ ਮੰਮੀ ਨੂੰ ਮਾਫ਼ ਕਰ ਦਿਓ। ਮੈਂ ਸਾਰੀ ਜ਼ਿੰਦਗੀ ਤੁਹਾਡੀ ਨੌਕਰਾਣੀ ਬਣ ਕੇ ਰਹਾਂਗੀ। ਮੇਰੀ ਸੱਸ ਨੇ ਉਸ ਵੱਲ ਵੇਖਿਆ ਵੀ ਨਹੀਂ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਪਤੀ ਨੇ ਉਸਦੇ ਸਿਰ ਤੇ ਹੱਥ ਰੱਖਿਆ ਅਤੇ ਮੈਨੂੰ ਕਿਹਾ, ਇਸ ਨੂੰ ਕਮਰੇ ਵਿੱਚ ਲੈ ਜਾ। ਅਕਸਰ ਵੱਡਿਆਂ ਦੀਆਂ ਗਲਤੀਆਂ ਦੀ ਸਜ਼ਾ ਛੋਟਿਆਂ ਨੂੰ ਹੀ ਮਿਲਦੀ ਹੈ। ਸਾਰੀ ਰਾਤ ਉਹ ਕੁੜੀ ਰੋਂਦੀ ਰਹੀ। ਮੇਰੀ ਡਿਲੀਵਰੀ ਦੇ ਦਿਨ ਵੀ ਨੇੜੇ ਆ ਰਹੇ ਸਨ। ਘਰ ਦਾ ਮਾਹੌਲ ਬਹੁਤ ਉਦਾਸ ਸੀ, ਪਰ ਜਦੋਂ ਸਾਡੇ ਘਰ ਵਿੱਚ ਬੇਟਾ ਹੋਇਆ ਤਾਂ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ। ਮੇਰੀ ਸੱਸ ਆਪਣੇ ਪੋਤੇ ਨੂੰ ਚੁੰਮਣ ਲੱਗੀ ਅਤੇ ਉਹਨਾਂ ਨੇ ਮੈਨੂੰ ਕਿਹਾ, ਅੱਜ ਤੇਰਾ ਜੋ ਦਿਲ ਕਰੇ ਮੇਰੇ ਤੋਂ ਮੰਗ ਲੈ। ਤਾਂ ਮੈਂ ਅਤੇ ਮੇਰੇ ਪਤੀ ਨੇ ਉਹਨਾਂ ਦੇ ਪੈਰਾਂ ਵਿੱਚ ਬੈਠ ਕੇ ਕਿਹਾ, ਮੰਮੀ ਜੀ ਤੁਹਾਡੇ ਨਾਲ ਜੋ ਕੁਝ ਹੋਇਆ ਉਸ ਨੂੰ ਭੁੱਲ ਜਾਓ ਅਤੇ ਇਸ ਕੁੜੀ ਨੂੰ ਮਾਫ਼ ਕਰ ਦਿਓ ਅਤੇ ਇਸ ਨੂੰ ਆਪਣੀ ਛੋਟੀ ਬਹੂ ਦੇ ਰੂਪ ਵਿੱਚ ਸਵੀਕਾਰ ਕਰ ਲਓ। ਮੇਰੀ ਸੱਸ ਕੁਝ ਦੇਰ ਤੱਕ ਮੇਰੇ ਵੱਲ ਵੇਖਦੀ ਰਹੀ ਅਤੇ ਫਿਰ ਉਸ ਕੁੜੀ ਨੂੰ ਬੁਲਾ ਕੇ ਆਪਣੇ ਗਲ ਲਾ ਲਿਆ ਅਤੇ ਉਸ ਤੋਂ ਮਾਫ਼ੀ ਮੰਗੀ ਅਤੇ ਉਸ ਕੁੜੀ ਦਾ ਵਿਆਹ ਮੇਰੇ ਦਿਓਰ ਨਾਲ ਹੋ ਗਿਆ। ਅੱਜ ਇਸ ਗੱਲ ਨੂੰ ਕਈ ਸਾਲ ਬੀਤ ਚੁੱਕੇ ਹਨ। ਹੁਣ ਮੇਰੇ ਸੱਸ ਸਹੁਰਾ ਵੀ ਆਪਸ ਵਿੱਚ ਨਹੀਂ ਲੜਦੇ। ਹੁਣ ਸਾਡੇ ਘਰ ਵਿੱਚ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ।
ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਗਾਤਾਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰੋ, ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਤੁਰੰਤ ਪਹੁੰਚ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।